ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ। ਜਿਵੇਂ ਕਿ ਗਰਮੀ ਬਹੁਤ ਜ਼ਿਆਦਾ ਸੀ 3 ਦਿਨਾਂ ਤੋਂ ਮਹਿਸੂਸ ਕਰ ਰਹੇ ਹਾਂ ਔਰ ਹਜੇ ਗਰਮੀ ਜਿਹੜੀ ਹੈ ਉਹ ਜਾਰੀ ਰਹਿ ਸਕਦੀ ਹੈ। ਹੀਟ ਵੇਵ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਅਜਿਹੇ ਦੇ ਵਿੱਚ ਆਪਣਾ ਬਚਾਅ ਕਰੋ। ਕੂਲਿੰਗ ਸਟੇਸ਼ਨ ਸਾਰੇ ਪਾਸੇ ਤੁਹਾਡੇ ਖੁੱਲੇ ਹੋਏ ਨੇ, ਉਹਨਾਂ ਕੂਲਿੰਗ ਸਟੇਸ਼ਨ ਤੇ ਜਾ ਕੇ ਇਸ ਗਰਮੀ ਤੋਂ ਬਚਾਅ ਜ਼ਰੂਰ ਕਰੋ ਤੇ ਨਾਲ ਦੀ ਨਾਲ ਘਰਾਂ ਦੇ ਵਿੱਚ ਨਿਕਲਣ ਤੋਂ ਪਹਿਲਾਂ ਆਪਣੀਆਂ ਸਾਰੀਆਂ ਬਚਾਅ ਦੀਆਂ ਚੀਜ਼ਾਂ ਵੀ ਨਾਲ ਲੈ ਕੇ ਚੱਲੋ। ਜਿੰਨਾ ਹੋ ਸਕਦਾ ਪਾਣੀ ਵੀ ਪੀਓ। ਸੋ ਖਬਰਾਂ ਦੇ ਵਿੱਚ ਵਿਸਥਾਰ ਦੇ ਨਾਲ ਜਾਣਕਾਰੀ ਹਾਸਲ ਕਰਦੇ ਹਾਂ। ਸ਼ੁਰੂਆਤ ਹੈਡਲਾਈਨਸ ਦੇ ਨਾਲ। ਮੈਟਰੋ ਵੈਨਕੂਵਰ ਤੇ ਫਰੇਜ਼ਰ ਵੈਲੀ ਦੇ ਵਿੱਚ ਜਾਰੀ ਕੀਤੀ ਗਈ ਹੀਟ ਚੇਤਾਵਨੀ, ਥਾਂ ਤੇ ਖੁੱਲੇ ਕੂਲਿੰਗ ਸੈਂਟਰ। ਕੈਨੇਡਾ ਸਰਕਾਰ ਦੇ ਵੱਲੋਂ ਵਰਕ ਪਰਮਿਟ ਦੀ ਮਿਆਦ ਵਧਾਉਣ ਦਾ ਫੈਸਲਾ, ਵਿਦਿਆਰਥੀਆਂ ਦੇ ਲਈ ਖੁਸ਼ੀ ਦੀ ਖਬਰ। ਐਂਗਸ ਸਟ੍ਰੀਟ ਦੀ ਰਿਪੋਰਟ ਦੇ ਮੁਤਾਬਕ 4 ਵਿੱਚੋਂ 1 ਕੈਨੇਡੀਅਨ ਵਿੱਤੀ ਤੌਰ ਤੇ ਕਰ ਰਿਹਾ ਸੰਘਰਸ਼। ਵੱਖ-ਵੱਖ ਲੋਕਾਂ ਨੇ ਦਿੱਤੀ ਆਪਣੀ ਪ੍ਰਤੀਕਿਰਿਆ। ਜਿੱਥੇ ਖਬਰਾਂ ਵਿਸਥਾਰ ਦੇ ਨਾਲ। ਮੈਟਰੋ ਵੈਨਕੂਵਰ ਤੇ ਫਰੇਜ਼ਰ ਵੈਲੀ ਦੇ ਵਿੱਚ ਹੀਟ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਤਾਪਮਾਨ ਜਿਹੜਾ ਉਹ 34 ਡਿਗਰੀ ਤੱਕ ਰਹਿਣ ਦੀ ਗੱਲ ਵਾਤਾਵਰਨ ਕੈਨੇਡਾ ਦੇ ਵੱਲੋਂ ਕਹੀ ਜਾ ਰਹੀ ਹੈ। ਰਾਤ ਵੇਲੇ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਕੁਝ ਠੰਡਕ ਮਹਿਸੂਸ ਹੋ ਸਕਦੀ ਹੈ। ਇਸ ਲਈ ਗਰਮੀ ਤੋਂ ਬਚਣ ਦੇ ਲਈ ਕੂਲਿੰਗ ਸੈਂਟਰ ਥਾਂ ਤੇ ਬਣੇ ਹੋਏ ਨੇ। ਉਹਨਾਂ ਕੂਲਿੰਗ ਸੈਂਟਰਾਂ ਤੇ ਜਾਓ ਤੇ ਗਰਮੀ ਤੋਂ ਆਪਣੇ ਆਪ ਨੂੰ ਜਿਹੜਾ ਹੈ ਬਚਾਓ। ਅਜਿਹੇ ਦੇ ਵਿੱਚ ਹੋਰ ਬਹੁਤ ਸਾਰੇ ਉਪਾਅ ਨੇ, ਲਗਾਤਾਰ ਕਰਦੇ ਰਹੋ ਕਿਉਂਕਿ ਅਜਿਹੀ ਹੀਟ ਵੇਵ ਜਦੋਂ ਚੇਤਾਵਨੀ ਜਾਰੀ ਕੀਤੀ ਜਾਂਦੀ ਹੈ ਤਾਂ ਬਹੁਤ ਸਾਰੇ ਲੋਕ ਬਿਮਾਰ ਵੀ ਹੁੰਦੇ ਨੇ। ਸੋ ਜਿੱਥੇ ਹੋ ਸਕਦਾ ਕੂਲਿੰਗ ਸੈਂਟਰਾਂ ਦੇ ਵਿੱਚ, ਸਪਰੇ ਪਾਰਕਾਂ ਦੇ ਵਿੱਚ ਜਾ ਕੇ ਖੁਦ ਦੀ ਜਿਹੜੀ ਹੈ ਹੀਟ ਵੇਵ ਤੋਂ ਜਿਹੜੀ ਰੱਖਿਆ ਜ਼ਰੂਰ ਕਰੋ। ਵੀਕਐਂਡ ਦੇ ਵਿੱਚ ਵੱਧ ਰਹੇ ਤਾਪਮਾਨ ਨੇ ਮੈਟਰੋ ਵੈਨਕੂਵਰ ਤੇ ਫਰੇਜ਼ਰ ਵੈਲੀ ਦੇ ਕੁਝ ਹਿੱਸਿਆਂ ਲਈ ਗਰਮੀਆਂ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਨੇ। ਇਨਵਾਇਰਨਮੈਂਟ ਕੈਨੇਡਾ ਦੇ ਮੁਤਾਬਕ ਫਰੇਜ਼ਰ ਵੈਲੀ ਦੇ ਗਰਮੀ ਦੀ ਚੇਤਾਵਨੀ ਦੇ ਮਾਪਦੰਡ ਤੱਕ ਪਹੁੰਚਣ ਦੀ ਉਮੀਦ ਹੈ ਕਿਉਂਕਿ ਦਿਨ ਦੇ ਉੱਚੇ ਐਤਵਾਰ ਤੋਂ ਸੋਮਵਾਰ ਤੱਕ ਲਗਭਗ 34 ਡਿਗਰੀ ਤੱਕ ਇਸ ਦੇ ਉੱਪਰ ਜਾਣ ਦੀ ਭਵਿੱਖਬਾਣੀ ਕੀਤੀ ਜਾਂਦੀ ਹੈ। ਲੋਅਰ ਮੇਨਲੈਂਡ ਦੇ ਹੋਰ ਹਿੱਸੇ ਵੈਨਕੂਵਰ ਸਮੇਤ ਸੰਭਾਵਤ ਤੌਰ ਤੇ ਘੱਟ 30 ਡਿਗਰੀ ਦੇ ਦਹਾਕੇ ਤੱਕ ਉੱਚੇ ਪੱਧਰ ਨੂੰ ਦੇਖਣਗੇ। ਰਾਤ ਭਰ ਦਾ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ। ਗਰਮੀ ਦੀ ਚੇਤਾਵਨੀ ਇਸ ਹਫ਼ਤੇ ਦੇ ਸ਼ੁਰੂ ਵਿੱਚ ਗਰਮੀ ਦੇ ਤਾਪਮਾਨ ਦੀ ਉਮੀਦ ਵਿੱਚ ਇੱਕ ਵਿਸ਼ੇਸ਼ ਮੌਸਮ ਬਿਆਨ ਜਾਰੀ ਕੀਤੇ ਜਾਣ ਤੋਂ ਬਾਅਦ ਆਈ ਹੈ। ਦੱਖਣੀ ਤੱਟ ਸੋਮਵਾਰ ਤੱਕ ਔਸਤ ਤਾਪਮਾਨ ਨਾਲੋਂ ਬਹੁਤ ਜ਼ਿਆਦਾ ਗਰਮੀ ਦਾ ਅਨੁਭਵ ਕਰ ਰਹੇ ਨੇ। ਇਨਵਾਇਰਨਮੈਂਟ ਕੈਨੇਡਾ ਦੀ ਚੇਤਾਵਨੀ ਮੁਤਾਬਕ ਤਾਪਮਾਨ ਨੂੰ ਜੋੜਨਾ ਪਾਣੀ ਦੇ ਨੇੜੇ 20 ਦੇ ਉੱਚੇ ਪੱਧਰ ਤੇ ਹੋਵੇਗਾ, ਜਿਸ ਨਾਲ ਤੁਸੀਂ ਦੂਰ ਤੱਕ ਜਾਂਦੇ ਹੋ। ਏਜੰਸੀ ਮੁਤਾਬਕ ਰਾਹਤ ਸਿਰਫ ਸ਼ਾਮ ਤੇ ਰਾਤ ਦੇ ਸਮੇਂ ਹੀ ਮਿਲੇਗੀ। ਪਾਰਾ ਵਧਣ ਦੇ ਨਾਲ ਲੋਕਾਂ ਨੂੰ ਗਰਮੀ ਦੇ ਨਾਲ ਸੰਬੰਧਿਤ ਬਿਮਾਰੀਆਂ ਦੇ ਵਧਣ ਦੇ ਖਤਰੇ ਤੋਂ ਸੁਚੇਤ ਕੀਤਾ ਜਾ ਰਿਹਾ ਹੈ। ਇਨਵਾਇਰਨਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਬਰਫ਼ ਪਿਘਲਣ ਤੇ ਬਰਫ਼ ਦੇ ਪੈਕ ਸਥਿਰ ਦੇ ਵਿੱਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ। ਰਨ ਆਫ ਕਰਨ ਸਟ੍ਰੀਮ ਦੇ ਵਹਾਅ ਦੇ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਇਨਵਾਇਰਨਮੈਂਟ ਕੈਨੇਡਾ ਮੁਤਾਬਕ ਅਗਲੇ ਹਫ਼ਤੇ ਤੱਕ ਤਾਪਮਾਨ ਨਾਰਮਲ ਹੋਣ ਦੀ ਉਮੀਦ ਹੈ। ਮੈਟਰੋ ਵੈਨਕੂਵਰ ਦੇ ਵਿੱਚ ਫਿਲਹਾਲ ਗਰਮੀ ਤੋਂ ਰਾਹਤ ਲਈ ਕੂਲਿੰਗ ਸੈਂਟਰ ਖੁੱਲ੍ਹਦੇ ਨੇ। ਜਿਵੇਂ ਕਿ ਤਾਪਮਾਨ ਵੱਧਦਾ ਹੈ ਤੇ ਸਭ ਤੋਂ ਕਮਜ਼ੋਰ ਲੋਕਾਂ ਲਈ ਚਿੰਤਾਵਾਂ ਵੱਧਦੀਆਂ ਨੇ, ਇਸ ਲਈ ਕੁਝ ਸ਼ਹਿਰਾਂ ਨੇ ਕੂਲਿੰਗ ਸੈਂਟਰ ਖੋਲ੍ਹ ਦਿੱਤੇ ਨੇ। ਵੈਨਕੂਵਰ ਸਿਟੀ ਦਾ ਕਹਿਣਾ ਹੈ ਕਿ ਉੱਚ ਤਾਪਮਾਨ ਤੋਂ ਬਚਣ ਲਈ ਸਥਾਨਕ ਲੋਕ ਕਈ ਕਮਿਊਨਿਟੀ ਸੈਂਟਰਾਂ, ਲਾਇਬ੍ਰੇਰੀਆਂ, ਸਪਰੇ ਪਾਰਕਾਂ ਤੇ ਹੋਰ ਬਹੁਤ ਕੁਝ ਵੱਲ ਜਾ ਸਕਦੇ ਨੇ। ਲੈਂਗਲੇ ਕੂਲਿੰਗ ਸੈਂਟਰ ਵੀ ਜਨਤਕ ਸਹੂਲਤਾਂ ਵਿੱਚ ਗਰਮੀ ਤੋਂ ਪਨਾਹ ਲੈ ਸਕਦੇ ਨੇ। ਦੀ ਟਾਊਨਸ਼ਿਪ ਆਫ ਲੈਂਗਲੇ ਕਈ ਸਪਰੇ ਪਾਰਕ ਕਮਿਊਨਿਟੀ ਲਈ ਆਫਰ ਕਰ ਰਿਹਾ ਹੈ। ਇਸ ਦੇ ਨਾਲ ਹੀ ਏਅਰ ਕੰਡੀਸ਼ਨ ਪਬਲਿਕ ਫੈਸਿਲਿਟੀਜ਼ ਵੀ ਦਿੱਤੀਆਂ ਜਾ ਰਹੀਆਂ ਨੇ। ਉੱਤਰੀ ਵੈਨਕੂਵਰ ਦੇ ਵਿੱਚ ਲੋਕ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਦੇ ਵਿਚਕਾਰ ਕਿਸੇ ਵੀ ਸਪਰੇ ਪਾਰਕ ਵਿੱਚ ਜਾ ਸਕਦੇ ਨੇ। ਸ਼ਹਿਰ ਦਾ ਕਹਿਣਾ ਹੈ ਕਿ ਜਨਤਕ ਇਮਾਰਤਾਂ ਜਿਵੇਂ ਕਿ ਲਾਇਬ੍ਰੇਰੀ, ਮਨੋਰੰਜਨ ਕੇਂਦਰ ਕਿਸੇ ਵੀ ਵਿਅਕਤੀ ਲਈ ਉਪਲਬਧ ਨੇ ਤੇ ਜੋ ਕੁਝ ਸਮੇਂ ਲਈ ਗਰਮੀ ਤੋਂ ਬਚਾ ਸਕਦੇ ਨੇ। ਇਸ ਤਰ੍ਹਾਂ ਰਿਚਮੰਡ, ਸਰੀ ਤੇ ਕਈ ਥਾਵਾਂ ਤੇ ਇਸ ਤਰ੍ਹਾਂ ਦੇ ਕੂਲਿੰਗ ਸੈਂਟਰ ਉਪਲਬਧ ਨੇ। ਤੁਸੀਂ ਕਈ ਵੈਬਸਾਈਟਾਂ ਤੇ ਆਨਲਾਈਨ ਜਾ ਕੇ ਕੂਲਿੰਗ ਸੈਂਟਰਾਂ ਦੀ ਲੋਕੇਸ਼ਨ ਪਤਾ ਕਰ ਸਕਦੇ ਹੋ ਤੇ ਗਰਮੀ ਤੋਂ ਬਚ ਸਕਦੇ ਹੋ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਉਧਰ ਗਰਮੀਆਂ ਦਾ ਇਹ ਪਹਿਲਾ ਗਰਮ ਵੀਕਐਂਡ ਹੈ ਜਿੱਥੇ ਉੱਤਰੀ ਕਿਨਾਰੇ ਦੇ ਉੱਤੇ ਖੋਜ ਤੇ ਬਚਾਅ ਕਰਮਚਾਰੀਆਂ ਨੂੰ ਜਿਹੜਾ ਕਾਫੀ ਵਿਅਸਤ ਰੱਖਿਆ ਗਿਆ ਹੈ। ਉੱਤਰੀ ਕਿਨਾਰੇ ਦੇ ਬਚਾਅ ਦੇ ਨਾਲ ਖੋਜ ਪ੍ਰਬੰਧਕ ਜਿਮ ਲੌਰੀ ਦਾ ਇਹ ਕਹਿਣਾ ਹੈ ਕਿ ਟੀਮ ਦੇ ਮੈਂਬਰ ਇਸ ਹਫ਼ਤੇ ਦੇ ਅੰਤ ਦੇ ਵਿੱਚ 4 ਵੱਖ-ਵੱਖ ਜਿਹੜੀਆਂ ਕਾਲਾਂ ਨੇ ਉਹਨਾਂ ਦੇ ਵਿੱਚ ਸ਼ਾਮਿਲ ਰਹੇ, ਯਾਨੀ ਕਿ ਉਹਨਾਂ ਨੂੰ ਕਈ ਕਾਲਸ ਆਈਆਂ ਤੇ ਸ਼ਨੀਵਾਰ ਤੇ ਐਤਵਾਰ ਨੂੰ ਕੁਝ ਕਾਲਾਂ ਉਹਨਾਂ ਨੂੰ ਆਈਆਂ ਨੇ। ਉਹਨਾਂ ਦੱਸਿਆ ਹੈ ਕਿ ਟ੍ਰੇਲ ਦੇ ਉੱਤੇ ਜਿਹੜੇ ਲੋਕ ਦਰਅਸਲ ਗਏ ਹੋਏ ਨੇ ਉਹਨਾਂ ਨੇ ਕਾਫੀ ਬਿਜ਼ੀ ਰੱਖਿਆ ਇਹਨਾਂ ਰੈਸਕਿਊ ਵਾਲਿਆਂ ਨੂੰ ਕਿਉਂਕਿ
इस गर्मी के पहले वीकेंड के उत्ते सारे घरां दे विचों बाहर निकले ने, इसलिए उन्होंने कहा कि असी पूरी तरह अपनी तैयारी करके जरूर निकलीए। कई लोग ट्रेलों के उत्ते तंग रस्तियां के उत्ते जख्मी होए, कई हादसे का शिकार भी होए जिस दे विच लोकां नूं बचा लिया गया है। पर इसलिए लोकां नूं अपील जरूर की जा रही है कि घूमण फिरन दे नाल नाल अपने आप नूं सावधान भी जरूर रखन। बाहर निकलन तो पहला अपनी ढुकवीं सप्लाई ते जिहड़ा समान है उसनों शामिल करन, जिवें कि फ्लैश लाइट है, क्योंकि जे तुसी बेशक हनेरे दे विच भी बाहर जाण दा सोचिया तो तुहाडे कोल फ्लैश लाइट होनी बहुत ज़्यादा जरूरी है। सो अपनी पूरी योजना नूं घरों निकलन तो पहला वीकेंड दे उत्ते या गर्मी के दिनों के तुसी कोई प्लान बना रहे हो किते भी जाण दा, तो उस योजना नूं घट्टो घट्ट अपने नाल तैयार जरूर रखो। उच्चियां थावां दे उत्ते घुम्मणा चुनन वाले जिहड़े लोग ने वो गर्मी दे विच जाण दी तैयारी तां करन नाल दी नाल ये भी ध्यान रखन कि बर्फ तुहानूं रस्ते च किते भी मिल सकती है, बर्फीली थां किते भी हो सकती है। सो ओदी भी तैयारी पूरी करके जाओ ताकि किसी भी दुर्घटना का तुसी शिकार ना होवो। महंगाई कारण असी सारे अपने बजट नूं उत्ते थल्ले जरूर करते हैं। जाहिर जी गल है तुसी सारिਆਂ ने कीता भी होएगा, क्योंकि खास करके इन्हां दिनां दे विच जरूरत महसूस की जा रही है। एंग स्ट्रीट के सर्वे के मुताबक तो यह कहा जा रहा है कि 4 दे विचों एक कैनेडियन अपने वित्ती बोझ नूं बयान कर रहा है, जिन्हां दे विच घरां दीयां कीमतां, गैस दीयां कीमतां, ग्रोसरी महंगी होना वड्डा मुद्दा मन्निया जा रहा है। कई कहते हैं कि इस वेले महंगाई का बोझ बर्दाश्त करना मुश्किल है। 7.7% यानी कि 1983 तो बाद ये सब तो वड्डी महंगाई दर मनी जा रही है। 4 विचों एक कैनेडियन वित्ती तौर पर संघर्ष कर रहा है। एंग स्ट्रीट की रिपोर्ट के मुताबक ये जानकारी निकल के सामने आई है। 1983 तो बाद सब तो उच्ची महंगाई दर 7.7% के नाल कैनेडियनां नूं लापरवाही वरतन लई मजबूर किया जा रहा है। एंग स्ट्रीट इंस्टीट्यूट का एक नवा सर्वेखण सुझाव दिंदा है कि इस देश के विच 1/4 लोग अपने वित्ते नाल संघर्ष कर रहे हैं। सर्वेखण दर्शाउंदा है कि रहन सहन की लागत कैनेडियनां लई सब तो वध संबंधित सूबाई मुद्दा है। 63% लोग इसनूं अपनी सब तो वड्डी चिंता का दर्जा दिंदे ने। पिछले साल अक्तूबर के आंकड़िਆਂ के मुकाबले ज़्यादा लोग कहते हैं कि उन्हां दे करियाने के बिल नूं बर्दाश्त करना मुश्किल है। जो कहते हैं कि उन्होंने मेज़ ते भोजन पाउण दे विच कोई मुश्किल नहीं है, पर अद्धे तो वध दा कहना है कि उन्होंने परिवार का पेट भरना मुश्किल हो रहा है, जदों कि 46% का कहना है कि यह कोई समस्या ही नहीं। जिहड़े लोग घट कमाउंदे ने वो अपने करियाने के बिलों ते सब तो वध चुटकी महसूस कर रहे हैं। सब तो घट आमदन वाले ब्रैकेट वाले 69% का कहना है कि उन्होंने खाने के खर्चों में मुश्किल आ रही है। तो सारे कैनेडियनां विचों घट्टो घट्ट 1/3 अपने परिवार का पेट भरन लई संघर्ष कर रहे हैं। आंकड़े दसदे ने कि अद्धे तो घट्ट कैनेडियनां का कहना है कि वो 2021 के इस समय के मुकाबले वित्ती तौर पर माड़े ने। 12 सालों में सब तो वध लोगों की गिनती है। भविख वाल देखते हुए सर्वेखण किए गए हर सूबे के बहुत लोग सोचते हैं कि चीज़ां या तो पहलां वांग ही रहणगियां या अगले साल होर विगड़ जाणगियां। रिकॉर्ड उच्च पद्धरी गैस दीयां कीमतां देश भर के पंपां नूं भी परेशान कर रही ने। लगभग 1/3 कैनेडियन का कहना है कि वह गैस से ज़्यादा खर्च कर रहे हैं, जदों कि लगभग अद्धे कहते हैं कि वह तेल ते घट खर्च कर रहे हैं, क्योंकि वह घुम्मण दे किसी होर तरीके वाल बदल गए ने जदों वो आम तौर पर बाहर जाते होणगे। 36% का कहना है कि वह सस्ती गैस लभण लई होर अगे चले गए ने, ते 11% कहते हैं कि उन्होंने कारपूल नूं चुनिया है। 5 विचों 2 कैनेडियन कहते हैं कि उन्होंने कोल क्रेडिट कार्ड का कर्जा है, जदों कि 5 विचों 1 का कहना है कि कर्जा उन्होंने जीवन विच तनाव का एक वड्डा स्रोत है। जिहड़े लोग प्रति साल $50,000 तो घट कमाउंदे ने उन्हां कोल कर्जे की सब तो वध संभावना होंदी है, तो यह उन्हां दे जीवन विच एक महत्वपूर्ण तनाव वाला हुंदा है। लगभग 66% मकान मालकां का कहना है कि वह मॉर्गेज भुगतान करने की समर्था नहीं रख सकते, जेकर इस दे नाल उन्हां नूं प्रति महीना $300 का वाधू खर्चा पैंदा है। ब्याज दरां वधन दे नाल किराएदारां नूं भी पूरा करन लई संघर्ष करना पै रहा है। 52% का कहना है कि उन्हां दा किराया देना बहुत मुश्किल है, जदों कि 1/3 मकान मालक भी अजिहा महसूस करते हैं। वैनकूवर ते टोरंटो विच घरां दे मॉर्गेज दरां वधियां ब्याज दरां कारण सब तो वध प्रभावित होईयां ने। औसत मॉर्गेज भुगतानां विच क्रमवार $536 ते $483 का वाधा होया है। कैनेडा विच मॉर्गेज भुगतान की औसत लागत $315 वध गई है। हर सूबे ते घट्टो घट्ट 66% का कहना है कि वह नहीं सोचते कि उन्होंने सरकार महंगाई नाल नजिठण लई चंगा काम कर रही है। हालांकि अल्बर्टा ते क्यूबेक वर्गे कुछ सूबियां ने जीवन के उच्च कीमत का मुकाबला करने लई कदम चुके हैं। एंगल स्ट्रीट के अध्ययन दे विच यह भी पाया गया है कि 41% कैनेडियन महंगाई नूं
ਘੱਟ ਕਰਨ ਦੇ ਲਈ ਬੈਂਕ ਆਫ ਕੈਨੇਡਾ ਤੇ ਭਰੋਸਾ ਨਹੀਂ ਕਰਦੇ, ਜਦੋਂ ਕਿ ਕੁਝ ਹੋਰ ਕਹਿੰਦੇ ਨੇ ਕਿ ਉਹ ਬੈਂਕਾਂ ਦੇ ਵਿੱਚ ਭਰੋਸਾ ਰੱਖਦੇ ਨੇ। ਕੰਜ਼ਰਵੇਟਿਵ ਲੀਡਰਸ਼ਿਪ ਦੇ ਉਮੀਦਵਾਰ ਨੇ ਹਾਲ ਹੀ ਦੇ ਵਿੱਚ BOC ਦੀ ਆਲੋਚਨਾ ਕਰਦਿਆਂ ਕਿਹਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਵਜੋਂ ਚੁਣੇ ਜਾਂਦੇ ਨੇ ਤਾਂ ਬੈਂਕ ਦੇ ਮੁਖੀ ਨੂੰ ਪਹਿਲਾਂ ਬਰਖਾਸਤ ਕਰ ਦੇਣਗੇ। ਜਿਨ੍ਹਾਂ ਲੋਕਾਂ ਨੇ ਬੀਤੇ ਸਮੇਂ ਵਿੱਚ ਕੰਜ਼ਰਵੇਟਿਵ ਪਾਰਟੀ ਤੇ ਪੀਪਲਸ ਪਾਰਟੀ ਨੂੰ ਵੋਟ ਦਿੱਤੀ ਹੈ, ਉਹਨਾਂ ਵਿੱਚ BOC ਬਾਰੇ ਗਲਤਫਹਿਮੀਆਂ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ। 86% ਨੇ ਕਿਹਾ ਕਿ ਉਹ ਆਪਣਾ ਕੰਮ ਕਰਨ ਲਈ ਬੈਂਕਾਂ ਤੇ ਭਰੋਸਾ ਨਹੀਂ ਕਰਦੇ। ਇਸ ਦੇ ਉਲਟ 69% ਪੁਰਾਣੇ ਲਿਬਰਲ ਵੋਟਰਾਂ ਦਾ ਕਹਿਣਾ ਹੈ ਕਿ ਉਹ ਬੈਂਕ ਤੇ ਭਰੋਸਾ ਕਰਦੇ ਨੇ। ਜਿਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਥਾਂ ਥਾਂ ਤੇ ਗੈਰ ਕਾਨੂੰਨੀ ਡੰਪਿੰਗ ਯਾਨੀ ਕਿ ਕੂੜਾ ਸੁੱਟਣਾ, ਕਿ ਤੁਸੀਂ ਵੀ ਅਜਿਹਾ ਕਰਦੇ ਹੋ ਕਿਉਂਕਿ ਹੁਣ ਇਹ ਮਹਿੰਗਾ ਪੈ ਸਕਦਾ ਹੈ। ਇਸ ਦੇ ਲਈ ਸਿਟੀ ਦੇ ਵੱਲੋਂ ਸਖਤਾਈ ਦੇ ਨਾਲ ਨਜਿੱਠਣ ਦੀ ਤਿਆਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਜਦੋਂ ਦਾ ਕੋਵਿਡ ਸ਼ੁਰੂ ਹੋਇਆ ਉਦੋਂ ਤੋਂ ਗੈਰ ਕਾਨੂੰਨੀ ਡੰਪਿੰਗ ਦੇ ਵਿੱਚ 15% ਦਾ ਵਾਧਾ ਦਰਜ ਕੀਤਾ ਗਿਆ ਹੈ। ਨਵੇਂ ਨਿਯਮ ਦੇ ਮੁਤਾਬਕ ਇਹ ਰਹਿੰਦ ਖੂੰਹਦ ਜਿਹੜੀ ਹੈ ਉਸ ਨੂੰ ਹਟਾਉਣ ਦੇ ਲਈ ਤੇ ਕੂੜੇ ਦੇ ਢੇਰ ਕਿਤੇ ਵੀ ਲਗਾਉਣ ਤੋਂ ਬਚਾਅ ਜਿਹੜੇ ਕਰਨ ਦੇ ਲਈ ਨਵੇਂ ਨਿਯਮ ਅਪਣਾਏ ਜਾ ਰਹੇ ਨੇ। ਆਓ ਜਾਣਦੇ ਹਾਂ ਇਸ ਦੇ ਲਈ ਕੀ ਕੁਝ ਹੋਵੇਗਾ ਤੇ ਇਹ ਨਿਯਮ ਕਿਵੇਂ ਕੰਮ ਕਰਨਗੇ। ਸਿਟੀ ਕੌਂਸਲ ਗੈਰ ਕਾਨੂੰਨੀ ਡੰਪਿੰਗ ਦੇ ਨਾਲ ਨਜਿੱਠਣ ਲਈ ਨਵੇਂ ਤਰੀਕਿਆਂ ਤੇ ਵਿਚਾਰ ਕਰੇਗੀ, ਜੋ ਕਿ ਕੋਵਿਡ-19 ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ 15% ਵੱਧ ਗਈ ਹੈ। ਸੋਮਵਾਰ ਯਾਨੀ ਅੱਜ ਰਾਤ ਤੋਂ ਕੌਂਸਲ ਦੇ ਸਾਹਮਣੇ ਇੱਕ ਕਾਰਪੋਰੇਟ ਰਿਪੋਰਟ ਜੁਰਮਾਨੇ ਤੇ ਲਾਗੂ ਕਰਨ ਦੇ ਵਧਾਉਣ ਦੀ ਮੰਗ ਕਰਦੀ ਹੈ। ਰਿਪੋਰਟ ਮੁਤਾਬਕ ਗੈਰ ਕਾਨੂੰਨੀ ਢੰਗ ਨਾਲ ਡੰਪ ਕੀਤੇ ਕੂੜੇ ਦੇ ਹਾਲ ਹੀ ਦੇ ਮੁਲਾਂਕਣ ਦੇ ਆਧਾਰ ਤੇ ਇਹ ਨਿਰਧਾਰਿਤ ਕੀਤਾ ਗਿਆ ਕਿ ਮਹਾਮਾਰੀ ਦੌਰਾਨ ਵਧੀਆਂ ਸਮੱਗਰੀਆਂ ਦੇ ਵਿੱਚ ਡਰਾਈਵਾਲ, ਘਰ ਦੀ ਮੁਰੰਮਤ ਸਮੱਗਰੀ, ਉਪਕਰਨ ਤੇ ਫਰਨੀਚਰ ਸ਼ਾਮਿਲ ਨੇ। ਸਰੀ ਦੇ ਇੰਜੀਨੀਅਰਿੰਗ ਦੇ ਜਨਰਲ ਮੈਨੇਜਰ ਸਕਾਟ ਨਿਊਮਨ ਤੇ ਕਾਰਪੋਰੇਟ ਸੇਵਾਵਾਂ ਦੇ ਸਰੀ ਦੇ ਜਨਰਲ ਮੈਨੇਜਰ ਰੌਬ ਕਾਸਟੋਜੋ ਦੀ ਰਿਪੋਰਟ ਮੁਤਾਬਕ 2015 ਤੋਂ ਪਹਿਲਾਂ ਸਿਟੀ ਆਫ ਸਰੀ ਨੇ ਹਰ ਸਾਲ ਲਗਭਗ 10,000 ਗੈਰ ਕਾਨੂੰਨੀ ਡੰਪਿੰਗ ਘਟਨਾਵਾਂ ਦਾ ਜਵਾਬ ਦਿੱਤਾ, ਜਿਸ ਦੇ ਵਿੱਚ ਗੱਦੇ, ਫਰਨੀਚਰ, ਘਰੇਲੂ ਕੂੜਾ, ਯਾਰਡ ਦਾ ਸਮਾਨ, ਸਕ੍ਰੈਪ ਮੈਟਲ, ਖਤਰਨਾਕ ਘਰੇਲੂ ਵਸਤੂਆਂ, ਇਲੈਕਟ੍ਰੋਨਿਕਸ ਦੇ ਨਿਰਮਾਣ ਦੇ ਨਾਲ ਸਫਾਈ ਕਰਨ ਵਿੱਚ ਸਾਲਾਨਾ $1 ਮਿਲੀਅਨ ਦੀ ਲਾਗਤ ਆਈ। ਸਮੱਗਰੀ ਸਭ ਤੋਂ ਵੱਧ ਅਕਸਰ ਸੁੱਟੀਆਂ ਜਾਣ ਵਾਲੀਆਂ ਚੀਜ਼ਾਂ ਨੇ। ਆਪਰੇਸ਼ਨ ਨੂੰ ਸੁਚਾਰੂ ਬਣਾ ਕੇ ਸਰੀ ਨਿਵਾਸੀਆਂ ਨੂੰ ਵੱਡੀਆਂ ਵਸਤੂਆਂ ਤੇ ਨਵੀਨੀਕਰਨ ਸਮੱਗਰੀ ਦੇ ਮੁਫਤ ਨਿਪਟਾਰੇ ਦੀ ਪੇਸ਼ਕਸ਼ ਕਰਦੇ ਹੋਏ ਡ੍ਰੌਪ ਆਫ ਇਵੈਂਟਸ ਦੀ ਮੇਜ਼ਬਾਨੀ, ਵੱਡੇ ਆਈਟਮ ਪਿਕਅਪ ਪ੍ਰੋਗਰਾਮ LIPU ਨੂੰ ਅਪਡੇਟ ਕਰਨਾ ਤੇ ਇਸ ਨੂੰ ਅਪਾਰਟਮੈਂਟ ਬਿਲਡਿੰਗਾਂ ਦੇ ਵਿੱਚ ਲਾਗੂ ਕਰਨਾ ਤੇ ਕਮਿਊਨਿਟੀ ਨੂੰ ਉਤਸ਼ਾਹਿਤ ਕਰਨ ਲਈ ਲਵ ਵੇਅਰ ਯੂ ਲਿਵ ਮੁਹਿੰਮ ਸ਼ੁਰੂ ਕਰਨਾ। ਸਿਟੀ ਨੇ ਗੈਰ ਕਾਨੂੰਨੀ ਡੰਪਿੰਗ ਤੇ ਇਸ ਦੇ ਨਾਲ ਜੁੜੀਆਂ ਲਾਗਤਾਂ ਨੂੰ ਔਸਤਨ 30% ਸਾਲਾਨਾ ਘਟਾ ਦਿੱਤਾ ਹੈ। ਹਾਲਾਂਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਗੈਰ ਕਾਨੂੰਨੀ ਡੰਪਿੰਗ ਦੇ ਵਿੱਚ ਲਗਭਗ 15% ਦਾ ਵਾਧਾ ਹੋਇਆ ਹੈ। ਸਿਟੀ ਆਫ ਸਰੀ ਗੈਰ ਕਾਨੂੰਨੀ ਡੰਪਿੰਗ ਵਿੱਚ ਸਿੱਧੇ ਤੌਰ ਤੇ ਸ਼ਾਮਿਲ ਲੋਕਾਂ ਨੂੰ ਵੇਸਟ ਮੈਨੇਜਮੈਂਟ ਰੈਗੂਲੇਸ਼ਨਸ ਤੇ ਚਾਰਜ ਦੇ ਤਹਿਤ ਜੁਰਮਾਨੇ ਜਾਰੀ ਕਰਨ ਤੱਕ ਸੀਮਿਤ ਹੈ, ਜਿਵੇਂ ਕਿ ਇੱਕ ਡਰਾਈਵਰ। ਨਾਲ ਹੀ ਸਿਟੀ ਆਫ ਕੌਂਸਲ ਨੂੰ ਸਿਫਾਰਿਸ਼ ਕਰ ਰਿਹਾ ਹੈ ਕਿ ਕਾਰੋਬਾਰਾਂ ਦੇ ਵਿੱਚ ਵਪਾਰਕ ਕੂੜੇ ਦੇ ਡੰਪਰਾਂ ਨੂੰ ਹਰ ਸਮੇਂ ਜਦੋਂ ਮਾਲਕ ਦੁਆਰਾ ਵਰਤਿਆ ਨਾ ਗਿਆ ਹੋਵੇ ਲੋਕ ਲਗਾਇਆ ਜਾਵੇ। ਇਹ ਨੋਟ ਖਿਲਰੇ ਹੋਏ ਕੂੜੇ ਨੂੰ ਫੈਲਣ ਤੇ ਡੰਪਸਟਰਸ ਦੀ ਸਮੱਗਰੀ ਤੱਕ ਪਹੁੰਚ ਨੂੰ ਵੀ ਰੋਕਣਗੇ। ਪ੍ਰਬੰਧਕਾਂ ਨੂੰ ਲਾਗੂ ਕਰਨਾ ਉਹਨਾਂ ਕਾਰੋਬਾਰਾਂ ਤੇ ਹੋਵੇਗਾ ਜੋ ਲਗਾਤਾਰ ਗੈਰ ਅਨੁਕੂਲ ਨੇ। ਇਸ ਦੌਰਾਨ ਵਸਨੀਕਾਂ ਤੇ ਕਾਰੋਬਾਰਾਂ ਨੂੰ ਰੀਸਾਈਕਲਿੰਗ ਤੇ ਕੂੜਾ ਸੁੱਟਣ ਲਈ ਸਾਲ ਭਰ ਦੀ ਥਾਂ ਪ੍ਰਦਾਨ ਕਰਨ ਲਈ 67, 11 ਤੇ 154 ਸਟਰੀਟ ਤੇ ਇੱਕ ਨਵਾਂ ਸੈਂਟਰਲ ਸਰੀ ਰੀਸਾਈਕਲਿੰਗ ਤੇ ਵੇਸਟ ਸੈਂਟਰ ਖੁੱਲ੍ਹਣ ਦੀ ਉਮੀਦ ਹੈ। ਇਹ ਸਹੂਲਤ ਦੀ ਗੈਰ ਕਾਨੂੰਨੀ ਡੰਪਿੰਗ ਨੂੰ ਘਟਾਉਣ ਤੇ ਲੈਂਡਫਿਲ ਤੋਂ ਰਹਿੰਦ ਖੂੰਹਦ ਨੂੰ ਮੋੜਨ ਵਿੱਚ ਮਹੱਤਵਪੂਰਨ ਭੂਮਿਕਾ ਹੋਵੇਗੀ। ਗੱਦੇ, ਇਲੈਕਟ੍ਰੋਨਿਕ ਸਾਜ਼ੋ ਸਮਾਨ, ਡਰਾਈਵਾਲ, ਫਰਨੀਚਰ ਉਪਕਰਨ, ਪੇਂਟ, ਟੈਕਸਟਾਈਲ, ਕਿਤਾਬਾਂ ਤੇ ਗ੍ਰੀਨ ਵੇਸਟ ਉੱਤੇ ਇਹ ਸਵੀਕਾਰ ਕੀਤਾ ਜਾਏਗਾ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਵਿਦਿਆਰਥੀਆਂ ਦੀ ਵਰਕ ਪਰਮਿਟ ਦੀ ਮਿਆਦ ਵਧਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਨਾਲ ਵਿਦਿਆਰਥੀ ਕਾਫੀ ਖੁਸ਼ ਨੇ। ਕਿਵੇਂ ਮਿਆਦ ਵਧੇਗੀ, ਕੀ ਕੁਝ ਹੋਏਗਾ, ਕਿਹੜੇ ਵਿਦਿਆਰਥੀ ਸ਼ਾਮਿਲ ਹੋਣਗੇ, ਕਿਹੜੀ ਕੈਟਾਗਰੀ ਇਸ ਦੇ ਵਿੱਚ ਹੋਏਗੀ, ਆਓ ਦੇਖਦੇ ਹਾਂ ਇਸ ਤੇ ਅਹਿਮ ਜਾਣਕਾਰੀ ਗੱਲ ਅੱਜ ਦੀ। ਕੈਨੇਡਾ ਦੇ ਵਿੱਚ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਪੜ੍ਹਨ ਆਉਂਦੇ ਆ, ਪੜ੍ਹ ਕੇ ਇੱਥੇ ਫਿਰ ਉਹਨਾਂ ਨੂੰ ਵਰਕ ਪਰਮਿਟ ਦਿੱਤਾ ਜਾਂਦਾ। ਵਰਕ ਪਰਮਿਟ ਤੋਂ ਬਾਅਦ ਉਹ ਇੱਥੇ PR ਹੋ ਜਾਂਦੇ ਆ। ਬਹੁਤੇ ਲੋਕਾਂ ਦਾ ਜਿਹੜਾ ਏਮ ਇੱਕ ਮਕਸਦ ਤਾਂ ਇਹ ਹੁੰਦਾ ਕਿ ਤੁਸੀਂ ਇੱਥੇ ਪੜ੍ਹਨ ਆਉਂਦੇ ਆ, ਪੜ੍ਹ ਕੇ ਵਾਪਸ ਚਲੇ ਜਾਂਦੇ ਆ। ਜੇ ਕੁਛ ਚਿਰ ਰਹਿਣਾ ਚਾਹੁੰਦੇ ਆ ਤੁਹਾਨੂੰ ਵਰਕ ਪਰਮਿਟ ਦੇ ਦਿੱਤਾ ਜਾਂਦਾ ਕਿ ਤੁਸੀਂ ਇੰਨਾ ਚਿਰ ਕੰਮ ਕਰ ਲਓ, ਫਿਰ ਵੀ ਤੁਹਾਨੂੰ ਮੁਲਕ ਵਧੀਆ ਲੱਗਦਾ, ਤੁਸੀਂ ਇੱਥੇ ਪੱਕੇ ਹੋਣਾ ਚਾਹੁੰਦੇ ਆ, ਪੱਕੇ ਰਹਿਣਾ ਚਾਹੁੰਦੇ ਆ, ਤੁਸੀਂ ਉਸ ਤੋਂ ਬਾਅਦ ਅਪਲਾਈ ਕਰ ਸਕਦੇ ਆ। ਜਿਹੜਾ ਵਰਕ ਪਰਮਿਟ ਹੁੰਦਾ ਤੁਹਾਨੂੰ ਕੰਮ ਕਰਨ ਦੀ ਆਗਿਆ, ਉਹ ਕਈ ਵਾਰੀ ਕਲੋਜ਼ਡ ਹੁੰਦੀ ਹੈ ਕਿ ਤੁਸੀਂ ਇੱਕ ਖਾਸ ਆਰਗੇਨਾਈਜੇਸ਼ਨ ਦੇ ਨਾਲ ਹੀ ਕੰਮ ਕਰ ਸਕਦੇ ਹੋ, ਖਾਸ ਕੰਪਨੀ ਦੇ ਨਾਲ ਹੀ ਕੰਮ ਕਰ ਸਕਦੇ ਆ। ਇੱਕ ਓਪਨ ਵਰਕ ਪਰਮਿਟ ਹੁੰਦਾ ਕਿ ਜਿੱਦਾਂ ਇੱਥੇ ਦੇ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਜਾਂ ਸਿਟੀਜ਼ਨ ਨੇ, ਜੇ ਉਹ ਕਿਤੇ ਵੀ ਚਾਹੁਣ ਕੰਮ ਕਰ ਸਕਦੇ ਆ, ਉੱਦਾਂ ਹੀ ਉਹ ਬੰਦਾ ਭਾਵੇਂ ਇੱਥੇ PR ਨਹੀਂ ਆ, ਪੜ੍ਹਨ ਆਇਆ ਆ ਤੇ ਪੜ੍ਹਨ ਤੋਂ ਬਾਅਦ ਇੱਥੇ ਕੰਮ ਕਰਨਾ ਚਾਹੁੰਦਾ, ਉਹ ਓਪਨ ਵਰਕ ਪਰਮਿਟ ਜੇ ਉਹਨੂੰ ਦੇ ਦਿੱਤਾ ਜਾਵੇ ਤਾਂ ਉਹ ਵੀ ਕਿਤੇ ਵੀ ਕੰਮ ਬਾਕੀਆਂ ਵਾਂਗੂ ਕਰ ਸਕਦਾ ਹੈ। ਬਹੁਤ ਸਾਰੇ ਲੋਕਾਂ ਦੇ ਇਹ ਕੋਵਿਡ ਤੋਂ ਬਾਅਦ, ਕਿਉਂਕਿ ਪ੍ਰੋਸੈਸਿੰਗ ਦੇ ਵਿੱਚ ਬਹੁਤ ਦੇਰੀ ਰਹੀ ਆ, ਇਹ ਐਕਸਪਾਇਰ ਹੋ ਗਿਆ ਸੀ। ਹੁਣ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਵਰਕ ਪਰਮਿਟ ਨੂੰ ਐਕਸਟੈਂਡ ਕੀਤਾ ਜਾ ਰਿਹਾ। ਇੰਟਰਨੈਸ਼ਨਲ ਸਟੂਡੈਂਟਸ ਦੇ
ਜਿਨ੍ਹਾਂ ਕੋਲ ਵਰਕ ਪਰਮਿਟ ਐਕਸਪਾਇਰ ਹੋ ਗਏ ਆ ਜਾਂ ਹੋਣ ਵਾਲੇ ਆ ਸਤੰਬਰ 2020 ਤੋਂ 20 ਸਤੰਬਰ 2021 ਤੋਂ ਲੈ ਕੇ 31 ਦਸੰਬਰ 2022 ਦੇ ਵਿਚਕਾਰ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਣੇ ਉਹਨੂੰ ਐਕਸਟੈਂਸ਼ਨ ਦਿੱਤੀ ਜਾ ਰਹੀ ਹੈ। ਸ਼ੌਨ ਫਰੇਜ਼ਰ ਸਾਡੇ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ, ਉਹਨਾਂ ਨੇ ਦੱਸਿਆ ਕਿ ਸਟੂਡੈਂਟਸ ਨੂੰ ਐਡੀਸ਼ਨਲ 1.5 ਸਾਲ ਯਾਨੀ ਕਿ 18 ਮਹੀਨੇ ਦਾ ਓਪਨ ਵਰਕ ਪਰਮਿਟ ਦਿੱਤਾ ਜਾਊਗਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਪ੍ਰੋਗਰਾਮ ਦੇ ਤਹਿਤ। PGWPP ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪ੍ਰੋਗਰਾਮ ਕੈਨੇਡਾ ਦੀ ਇਕੋਨਮੀ ਉਹ ਕਹਿੰਦੇ ਲਗਾਤਾਰ ਗਰੋ ਕਰ ਰਹੀ ਹੈ, ਰਿਕਵਰ ਕਰ ਰਹੀ ਹੈ ਤੇ ਸਾਡੇ ਕੋਲ ਕਈ ਸੈਂਕੜੇ ਕਈ ਹਜ਼ਾਰਾਂ ਨੌਕਰੀਆਂ ਪਈਆਂ ਜਿਹਦੇ ਲਈ ਬੰਦੇ ਹੈ ਨਹੀਂਗੇ। ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫਰੇਜ਼ਰ ਨੇ ਟਵੀਟ ਕੀਤਾ ਕਿ ਹਾਰਡ ਵਰਕਿੰਗ ਇੰਟਰਨੈਸ਼ਨਲ ਗ੍ਰੈਜੂਏਟਸ ਮੇਕ ਅਨੋਰਮਸ ਕੰਟਰੀਬਿਊਸ਼ਨ ਟੂ ਦੇਅਰ ਕਮਿਊਨਿਟੀਜ਼ ਐਂਡ ਆਵਰ ਇਕੋਨਮੀ। ਸੋ ਉਹਨਾਂ ਦਾ ਇਹ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਖਾਸ ਤੌਰ ਦੇ ਉੱਤੇ ਟਵੀਟ ਕਰਨਾ ਇਹਦੇ ਤੇ ਬਹੁਤ ਵੱਡੇ ਮਾਇਨੇ ਆ। ਸੋ ਉਹ ਇਹ ਕਹਿ ਰਹੇ ਆ ਕਿ ਅਸੀਂ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟਸ ਆ ਇੰਟਰਨੈਸ਼ਨਲ ਗ੍ਰੈਜੂਏਟਸ ਦੇ ਜਿਨ੍ਹਾਂ ਦੇ ਪਰਮਿਟਸ ਜਿਹੜੇ ਐਕਸਪਾਇਰ ਹੋ ਗਏ ਆ ਜਾਂ ਹੋਣ ਵਾਲੇ ਆ 20 ਸਤੰਬਰ 2021 ਤੋਂ ਲੈ ਕੇ 31 ਦਸੰਬਰ 2022 ਦੇ ਵਿੱਚ ਉਹਨਾਂ ਨੂੰ ਅਸੀਂ ਐਕਸਟੈਂਡ ਕਰ ਰਹੇ ਹਾਂ। ਪਿਛਲੇ ਦਿਨਾਂ ਦਾ ਇਹ ਫੈਸਲਾ ਇਹਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿੱਚ ਇੱਕ ਵੱਡੀ ਖੁਸ਼ੀ ਵੀ ਪੈਦਾ ਕੀਤੀ ਆ। ਕਈ ਜਿਹੜੇ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀ ਨੇ ਜਿਹੜੇ ਐਡੀਸ਼ਨਲ ਓਪਨ ਜਿਨ੍ਹਾਂ ਨੂੰ ਐਡੀਸ਼ਨਲ ਓਪਨ ਵਰਕ ਪਰਮਿਟ 18 ਮਹੀਨਿਆਂ ਦੇ ਲਈ ਮਿਲੂਗਾ ਤੇ ਉਹਨਾਂ ਨੂੰ ਇੱਕ ਅਪਰਚੁਨਿਟੀ ਮਿਲ ਜੂਗੀ, ਉਹ ਕੈਨੇਡਾ ਦੇ ਵਿੱਚ ਲੰਬੇ ਸਮੇਂ ਲਈ ਰਹਿ ਸਕਦੇ ਤੇ ਇੱਥੇ ਰਹਿ ਕੇ ਫਿਰ ਉਹ ਹੌਲੀ ਹੌਲੀ ਜੇ ਇੱਥੇ ਪਰਮਾਨੈਂਟ ਰੈਜ਼ੀਡੈਂਸੀ ਲੈਣੀ ਚਾਹੁੰਦੇ ਆ ਤਾਂ ਉੱਧਰਲੇ ਪਾਸੇ ਅਪਲਾਈ ਕਰ ਸਕਦੇ ਆ। ਸਟੂਡੈਂਟਸ ਜਿਹੜੇ ਗ੍ਰੈਜੂਏਟ ਹੋਇਆ ਕੁਆਲੀਫਾਈਡ ਕੈਨੇਡੀਅਨ ਡੈਜ਼ਿਗਨੇਟਡ ਲਰਨਿੰਗ ਇੰਸਟੀਚਿਊਟਸ ਤੋਂ DLIs ਜਿਨ੍ਹਾਂ ਨੂੰ ਕਹਿੰਦੇ ਆ ਤੇ ਉਹ ਐਲੀਜੀਬਲ ਆ ਇਹ ਓਪਨ ਵਰਕ ਪਰਮਿਟ ਅਪਲਾਈ ਕਰਨ ਦੇ ਲਈ PGWPP ਪ੍ਰੋਗਰਾਮ ਦੇ ਤਹਿਤ। ਸੋ ਵਰਕ ਪਰਮਿਟ ਦੇ ਉੱਤੇ ਕੰਮ ਕਰ ਰਹੇ ਕਾਮਿਆਂ ਦੀ ਇਹਨਾਂ ਦੀ ਜਿਹੜੀ ਉਹਨੂੰ ਐਕਸਟੈਂਡ ਕਰਨਾ ਇਹ ਇੱਕ ਬਹੁਤ ਵੱਡੀ ਖਬਰ ਆ। ਬਹੁਤ ਸਾਰੇ ਵਿਦਿਆਰਥੀਆਂ ਦਾ ਇਹਦੇ ਨਾਲ ਫਾਇਦਾ ਹੋਊਗਾ ਤੇ ਅਸਲ ਦੇ ਵਿੱਚ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਆ ਜਦੋਂ ਬੰਦਾ ਇੱਥੇ ਪੜ੍ਹਾਈ ਪੂਰੀ ਕਰ ਲੈਂਦਾ ਤਾਂ ਉਹਨਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਾਰੀ ਕੀਤਾ ਜਾਂਦਾ। ਇਹ 8 ਮਹੀਨੇ ਦਾ ਹੁੰਦਾ ਘੱਟੋ ਘੱਟ ਤੇ 2 ਸਾਲ ਤੱਕ ਦਾ ਜਿਹੜਾ 8 ਮਹੀਨੇ ਘੱਟੋ ਘੱਟ ਤੇ ਪਰ 2 ਸਾਲ ਤੱਕ ਦੇ ਸਮੇਂ ਦਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਉਹਦੇ ਸਮੇਂ ਦੇ ਹਿਸਾਬ ਨਾਲ ਇਹ ਵਰਕ ਪਰਮਿਟ ਇਸ਼ੂ ਕੀਤਾ ਜਾਂਦਾ ਆ। ਜਿਹੜੇ ਵਿਦਿਆਰਥੀ ਨੇ ਮੰਨ ਲਓ ਸਾਲ ਦਾ ਕੋਰਸ ਕੀਤਾ ਉਹਨੂੰ ਸਾਲ ਦੇ ਸਮੇਂ ਦਾ ਵਰਕ ਪਰਮਿਟ ਮਿਲ ਜਾਂਦਾ ਹੈ। ਸੋ ਜਿਹੜਾ 2 ਸਾਲ ਜਾਂ ਇਹ ਤੋਂ ਵੱਧ ਸਮੇਂ ਦਾ ਹੋਵੇ ਉਹਨੂੰ 3 ਸਾਲ ਦਾ ਵਰਕ ਪਰਮਿਟ ਮਿਲ ਜਾਂਦਾ। ਜਿਹੜਾ 8 ਮਹੀਨੇ ਤੋਂ ਘੱਟ ਸਮੇਂ ਦਾ ਕੋਰਸ ਕਰਨ ਵਾਲੇ ਜਿਹੜੇ ਸਟੂਡੈਂਟਸ ਹੈਗੇ ਆ ਉਹ ਇਹਦੇ ਲਈ ਅਪਲਾਈ ਨਹੀਂ ਕਰ ਸਕਦੇ। ਸੋ ਮਤਲਬ ਕਿਸੇ ਨਾਲ ਵੀ ਉਹ ਕੰਮ ਕਰ ਸਕਦੇ ਆ। ਓਪਨ ਵਰਕ ਪਰਮਿਟ ਜਿੱਦਾਂ ਪਹਿਲਾਂ ਦੱਸਿਆ ਕਿ ਉਹ ਕਿਸੇ ਵੀ ਖੇਤਰ ਦੇ ਵਿੱਚ ਕੰਮ ਕਰ ਸਕਦਾ, ਉਹਨੂੰ ਇੱਕ ਨਾਲ ਬੱਝਣ ਦੀ ਲੋੜ ਨਹੀਂ ਹੁੰਦੀ। ਮਾਹਰ ਇਹ ਕਹਿ ਰਹੇ ਆ ਕਿ ਕੋਵਿਡ-19 ਦੇ ਚਲਦਿਆਂ PR ਦੇ ਡਰਾ ਉਨੇ ਜ਼ਿਆਦਾ ਨਹੀਂ ਕੱਢੇ ਗਏ। ਬਹੁਤ ਸਾਰੇ ਲੋਕਾਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋ ਗਈ ਤੇ ਹੁਣ ਉਹ ਮਿਆਦ ਵਧਾਈ ਜਾ ਰਹੀ ਹੈ। ਇਹ ਕੋਈ ਪਹਿਲੀ ਵਾਰੀ ਨਹੀਂ ਹੋਇਆ ਕਿ ਸਰਕਾਰ ਐਲਾਨ ਕਰ ਰਹੀ ਹੈ। ਇਹ ਤੋਂ ਪਹਿਲਾਂ ਵੀ ਪਿਛਲੇ ਸਾਲ ਜਨਵਰੀ ਦੇ ਵਿੱਚ ਵੀ ਉਹਨਾਂ ਨੇ ਐਲਾਨ ਕੀਤਾ ਸੀ ਕਿ ਜਨਵਰੀ ਤੋਂ ਲੈ ਕੇ 27 ਨਵੰਬਰ 2021 ਦੇ ਦਰਮਿਆਨ ਜਿਨ੍ਹਾਂ ਦਾ ਵਰਕ ਪਰਮਿਟ ਖਤਮ ਹੋ ਗਿਆ ਉਹਨਾਂ ਨੂੰ 18 ਮਹੀਨੇ ਦਾ ਓਪਨ ਵਰਕ ਪਰਮਿਟ ਦੇਣ ਦਾ ਐਲਾਨ ਕੀਤਾ ਸੀ। ਇਹਦੇ ਤੋਂ ਬਾਅਦ ਫਿਰ ਮੰਗ ਕਰ ਰਹੇ ਸੀ ਕਿ ਜਿੱਦਾਂ ਪਿਛਲੇ ਸਾਲ ਜਨਵਰੀ ਦੇ ਵਿੱਚ ਐਲਾਨ ਕੀਤਾ ਗਿਆ ਉੱਦਾਂ ਦਾ ਐਲਾਨ ਹੁਣ ਵੀ ਕੀਤਾ ਜਾਵੇ। ਜਿਹੜੀ ਉਸ ਵੇਲੇ ਕਹਿੰਦੇ ਸੀ ਵੀ ਜਨਵਰੀ ਤੋਂ ਲੈ ਕੇ ਦਸੰਬਰ 2022 ਦੇ ਦਰਮਿਆਨ ਲੱਖ ਦੇ ਕਰੀਬ ਜਿਹੜੇ ਲੋਕ ਸੀਗੇ ਉਹਨਾਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋ ਜਾਣੀ ਸੀ। ਸੋ ਹਾਲਾਂਕਿ ਬਹੁਤ ਸਾਰੇ ਲੋਕ ਇਸ ਫੈਸਲੇ ਦੀ ਉਡੀਕ ਹੀ ਕਰ ਰਹੇ ਸੀ। ਇਹ ਵੀ ਕਹਿ ਰਹੇ ਸੀ ਕਿ ਇਹ ਦੇਰੀ ਦੇ ਨਾਲ ਕੀਤਾ ਗਿਆ ਸਹੀ ਫੈਸਲਾ ਆ, ਸਰਕਾਰ ਨੂੰ ਇਹ ਫੈਸਲਾ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ। ਕੈਨੇਡਾ ਦੀ ਲੋੜ ਆ ਇੱਥੇ ਜਿਸ ਤਰੀਕੇ ਦੀਆਂ ਇਸ ਵੇਲੇ ਨੌਕਰੀਆਂ ਆ ਜਿੰਨੀ ਇਹਦੇ ਲਈ ਨੌਕਰੀਆਂ ਦੇ ਲਈ ਲੋਕ ਚਾਹੀਦੇ ਆ ਉਨੇ ਇੱਥੇ ਲੋਕ ਨਹੀਂ ਆ ਤੇ ਇਸ ਕਰਕੇ ਇਹਨਾਂ ਨਿਯਮਾਂ ਦੇ ਵਿੱਚ ਖਾਸ ਕਰ ਪਿੱਛੇ ਕੋਵਿਡ-19 ਕਰਕੇ ਲੋਕ ਆਏ ਵੀ ਨਹੀਂ, ਇਸ ਕਰਕੇ ਇਹਨਾਂ ਨਿਯਮਾਂ ਦੇ ਵਿੱਚ ਇੱਕ ਇੱਕ ਕਰਕੇ ਢਿੱਲ ਦਿੱਤੀ ਜਾ ਰਹੀ ਆ ਤੇ ਜਿਹਦੇ ਤਹਿਤ ਇਹ ਬਹੁਤ ਸਾਰੇ ਲੋਕਾਂ ਨੂੰ ਖਾਸ ਕਰ ਇੰਟਰਨੈਸ਼ਨਲ ਸਟੂਡੈਂਟਸ ਨੂੰ ਇਹਦਾ ਪਿਛਲੇ ਸਮੇਂ ਦੇ ਵਿੱਚ ਫਾਇਦਾ ਹੋ ਰਿਹਾ। ਸਰੀ ਦੇ ਵਿੱਚ ਹੁਣ ਆ ਰਿਹਾ ਹੈ ਇੱਕ ਨਵਾਂ ਫਿਜ਼ੀਓਥੈਰੇਪੀ ਪ੍ਰੋਗਰਾਮ ਜਿਸ ਦੇ ਵਿੱਚ ਫਿਜ਼ੀਓਥੈਰੇਪੀ ਦੇ ਵਿੱਚ ਆਪਣਾ ਕਰੀਅਰ ਬਣਾਉਣ ਵਾਲੇ ਇਸ ਨੂੰ ਚੁਣ ਸਕਦੇ ਨੇ। ਜੋ ਯੋਗ ਹੋਣਗੇ ਉਹ ਇਸ ਵਿੱਚ ਜਾ ਸਕਦੇ ਨੇ। UBC ਨੇ ਇਸ ਦੇ ਲਈ ਥਾਂ ਵੀ ਚੁਣ ਲਈ ਹੈ ਜਿੱਥੇ ਵਿਦਿਆਰਥੀ ਆ ਕੇ ਸੈਮੀਨਾਰ ਤੇ ਸੰਬੰਧੀ ਜੋ ਵੀ ਹੋਰ ਸਿਖਲਾਈ ਹੈ ਉਹ ਹਾਸਲ ਕਰ ਸਕਦੇ ਨੇ। ਹਰ ਤਰ੍ਹਾਂ ਦੀ ਸਿਖਲਾਈ ਇੱਥੇ ਉਹਨਾਂ ਨੂੰ ਮੁਹੱਈਆ ਕਰਾਈ ਜਾਏਗੀ। 2023 ਦੇ ਫਾਲ ਤੱਕ ਇਹ ਥਾਂ ਵਿਦਿਆਰਥੀਆਂ ਦੇ ਲਈ ਖੁੱਲ ਜਾਵੇਗੀ। ਆਓ ਦੇਖਦੇ ਹਾਂ
ਕਿ ਕਦੋਂ ਖੁੱਲੇਗੀ ਇਹ ਥਾਂ ਤੇ ਫਿਜ਼ੀਓਥੈਰੇਪੀ ਦੇ ਪ੍ਰੋਗਰਾਮ ਦੇ ਵਿੱਚ ਕੀ ਕੁਝ ਹੋਏਗਾ ਖਾਸ। ਸਰੀ ਵਿੱਚ ਇੱਕ ਨਵੀਂ ਸਿਖਲਾਈ ਥਾਂ ਤੇ ਆਉਣ ਦੇ ਨਾਲ ਹੁਣ ਸਰੀ ਤੇ ਫਰੇਜ਼ਰ ਵੈਲੀ ਦੇ ਵਧੇਰੇ ਲੋਕ ਫਿਜ਼ੀਓਥੈਰੇਪੀ ਦੇ ਵਿੱਚ ਕਰੀਅਰ ਬਣਾਉਣ ਦੇ ਯੋਗ ਹੋਣਗੇ। ਸੂਬਾਈ ਸਹਿਯੋਗ ਦੇ ਨਾਲ UBC ਨੇ ਸਰੀ ਵਿੱਚ ਸਰੀ ਮੈਮੋਰੀਅਲ ਹਸਪਤਾਲ ਦੇ ਨਾਲ ਲੱਗਦੇ ਸਿਟੀ ਸੈਂਟਰ ਇੱਕ ਬਿਲਡਿੰਗ ਦੀ ਦੂਜੀ ਮੰਜ਼ਿਲ ਖਰੀਦ ਲਈ ਹੈ। ਇਸ ਥਾਂ ਨੂੰ ਟੀਚਿੰਗ ਲੈਬੋਰੇਟਰੀ, ਬਹੁਮੰਤਵੀ ਥਾਂ, ਸੈਮੀਨਾਰ ਰੂਮ, ਸਟੂਡੈਂਟ ਲਰਨਿੰਗ ਕਾਮਨਸ ਅਤੇ ਫੈਕਲਟੀ ਦੇ ਲਈ ਦਫ਼ਤਰ ਬਣਾਉਣ ਦੇ ਲਈ ਅਕਾਦਮਿਕ ਸਾਲ ਦੇ ਵਿੱਚ ਵਰਤਿਆ ਜਾਏਗਾ। ਇਸ ਸਮੇਂ UBC ਦਾ ਮਾਸਟਰ ਆਫ ਫਿਜ਼ੀਕਲ ਥੈਰੇਪੀ ਪ੍ਰੋਗਰਾਮ ਹਰ ਅਕਾਦਮਿਕ ਸਾਲ ਦੇ ਵਿੱਚ ਨਾਰਦਰਨ BC ਯੂਨੀਵਰਸਿਟੀ ਦੇ ਨਾਲ ਸਾਂਝੇਦਾਰੀ ਦੇ ਵਿੱਚ UBC ਵੈਨਕੂਵਰ ਕੈਂਪਸ ਅਤੇ ਪ੍ਰਿੰਸ ਜਾਰਜ ਦੇ ਵਿੱਚ ਵਿਦਿਆਰਥੀਆਂ ਦੀ ਸਿਖਲਾਈ ਦੇ ਨਾਲ 100 ਨਵੇਂ ਸਿੱਖਿਆਰਥੀਆਂ ਦਾ ਸਵਾਗਤ ਕਰਦਾ ਹੈ। ਇਸ ਪਤਝੜ ਯਾਨੀ ਇਸ ਫਾਲ ਦੇ ਵਿੱਚ ਕੁੱਲ 20 ਨਵੀਆਂ ਸੀਟਾਂ ਉਪਲਬਧ ਹੋਣਗੀਆਂ ਅਤੇ ਇਸ ਦੇ ਵਿਦਿਆਰਥੀ 2023 ਦੇ ਵਿੱਚ ਸਰੀ ਵਿੱਚ ਨਵੇਂ ਸਥਾਨ ਤੇ ਚਲੇ ਜਾਣਗੇ। ਸੂਬਾ ਪ੍ਰੋਜੈਕਟ ਦੇ ਲਈ UBC ਫੰਡਿੰਗ ਦੇ ਵਿੱਚ $7.9 ਮਿਲੀਅਨ ਦੇ ਨਾਲ $24.9 ਮਿਲੀਅਨ ਦਾ ਨਿਵੇਸ਼ ਕਰ ਰਿਹਾ ਹੈ। 2022 ਦੀ ਫਾਲ ਦੇ ਵਿੱਚ ਉਸਾਰੀ ਸ਼ੁਰੂ ਹੋਣ ਦੀ ਉਮੀਦ ਦੇ ਨਾਲ ਕੰਮ ਇਸ ਮਹੀਨੇ ਖਰੀਦ ਪੜਾਅ ਦੇ ਵਿੱਚ ਦਾਖਲ ਹੋ ਰਿਹਾ ਹੈ। 2023 ਦੇ ਪਤਝੜ ਦੇ ਵਿੱਚ ਇਹ ਥਾਂ ਵਿਦਿਆਰਥੀਆਂ ਦੇ ਲਈ ਖੁੱਲਣ ਦੀ ਉਮੀਦ ਹੈ। ਭਵਿੱਖ ਦੇ ਵਿੱਚ ਆਕਿਊਪੇਸ਼ਨਲ ਥੈਰੇਪੀ ਅਤੇ ਮਿਡਵਾਈਜ਼ਰੀ ਵਰਗੇ ਹੋਰ ਸਿਹਤ ਪ੍ਰੋਗਰਾਮ ਨਵੀਆਂ ਸਹੂਲਤਾਂ ਦੀ ਵਰਤੋਂ ਕਰਨ ਦੇ ਯੋਗ ਹੋ ਸਕਦੇ ਨੇ। ਸਰੀ ਦੇ ਵਿੱਚ UBC ਪ੍ਰੋਗਰਾਮਾਂ ਦੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਲਈ ਸਹਿਯੋਗੀ ਸਿੱਖਣ ਦਾ ਮਾਹੌਲ ਬਣਾਉਣ ਲਈ ਕੰਮ ਕਰ ਸਕਦੇ ਨੇ। ਇਹ ਐਲਾਨ ਸਟਰੋਂਗਰ BC ਆਰਥਿਕ ਯੋਜਨਾ ਦਾ ਸਮਰਥਨ ਕਰਦੀ ਹੈ ਜੋ ਸਾਰਿਆਂ ਦੇ ਲਈ ਕੰਮ ਕਰਨ ਵਾਲੀ ਅਰਥ ਵਿਵਸਥਾ ਨੂੰ ਵਿਕਸਿਤ ਕਰਦੇ ਹੋਏ ਹੁਣ ਦੀਆਂ ਚੁਣੌਤੀਆਂ ਦੇ ਨਾਲ ਨਜਿੱਠਣ ਲਈ ਬ੍ਰਿਟਿਸ਼ ਕੋਲੰਬੀਆ ਨੂੰ ਅੱਗੇ ਵਧਾਉਂਦੀ ਹੈ। ਲੰਬੀ ਮਿਆਦ ਦੀ ਯੋਜਨਾ BC ਦੀ ਮਜ਼ਬੂਤ ਆਰਥਿਕ ਰਿਕਵਰੀ ਨੂੰ ਮਜ਼ਬੂਤ ਕਰਦੀ ਹੈ ਅਤੇ 2 ਲੰਬੇ ਸਮੇਂ ਤੋਂ ਚੱਲ ਰਹੀਆਂ ਚੁਣੌਤੀਆਂ ਅਸਮਾਨਤਾ ਅਤੇ ਜਲਵਾਯੂ ਪਰਿਵਰਤਨ ਨੂੰ ਹੱਲ ਕਰਨ ਲਈ ਕੰਮ ਕਰਦੀ ਹੈ। ਹੁਨਰ ਦੇ ਪਾੜੇ ਨੂੰ ਬੰਦ ਕਰਕੇ ਲਚਕੀਲੇ ਭਾਈਚਾਰਿਆਂ ਦਾ ਨਿਰਮਾਣ ਕਰਕੇ ਅਤੇ ਕਾਰੋਬਾਰਾਂ ਤੇ ਲੋਕਾਂ ਨੂੰ ਸਾਫ਼ ਊਰਜਾ ਹੱਲ ਵੱਲ ਪਰਿਵਰਤਿਤ ਕਰਨ ਦੇ ਵਿੱਚ ਮਦਦ ਕਰਕੇ ਇਹ ਯੋਜਨਾ ਸੂਬੇ ਦੇ ਲਈ 2 ਮੁੱਖ ਟੀਚੇ ਨਿਰਧਾਰਿਤ ਕਰਦੀ ਹੈ। ਸਮਾਵੇਸ਼ੀ ਵਿਕਾਸ ਅਤੇ ਸਾਫ਼ ਵਿਕਾਸ ਅਤੇ BC ਨੂੰ ਅੱਗੇ ਵਧਦੇ ਰਹਿਣ ਲਈ 6 ਮਿਸ਼ਨਾਂ ਦੇ ਨਾਲ ਅੱਗੇ ਵਧਦੇ ਰਹਿਣ ਦੀ ਜ਼ਰੂਰਤ ਹੈ। ਦੱਸਦੇ ਕਿ ਕੁੱਲ ਪ੍ਰੋਜੈਕਟ ਦੀ ਲਾਗਤ ਜਿਹੜੀ ਹੈ ਉਹ $32.8 ਮਿਲੀਅਨ ਹੈ, ਜਿਸ ਵਿੱਚ ਜਗ੍ਹਾ ਦੀ ਖਰੀਦ ਲਈ $20.5 ਮਿਲੀਅਨ ਤੇ ਮੁਰੰਮਤ ਲਈ $12.3 ਮਿਲੀਅਨ ਸ਼ਾਮਿਲ ਨੇ। ਫਿਜ਼ੀਕਲ ਥੈਰੇਪਿਸਟਾਂ ਦੀ ਪਛਾਣ ਉੱਚ ਮੰਗ ਵਾਲੀਆਂ ਨੌਕਰੀਆਂ ਵਜੋਂ ਕੀਤੀ ਗਈ ਹੈ। 2021-31 ਦੇ ਵਿਚਕਾਰ BC ਵਿੱਚ 1860 ਨੌਕਰੀਆਂ ਦੀ ਉਮੀਦ ਹੈ। ਆਕਿਊਪੇਸ਼ਨਲ ਥੈਰੇਪਿਸਟ ਉਹਨਾਂ ਲੋਕਾਂ ਦੀ ਸਹਾਇਤਾ ਕਰਦੇ ਨੇ ਜੋ ਬਿਮਾਰੀ, ਸੱਟ, ਵਿਕਾਸ ਸੰਬੰਧੀ ਵਿਗਾੜਾਂ ਜਾਂ ਫਿਰ ਮਾਨਸਿਕ ਸਿਹਤ ਮੁਸ਼ਕਲਾਂ ਤੋਂ ਠੀਕ ਹੋ ਰਹੇ ਨੇ ਜਾਂ ਉਹਨਾਂ ਨੂੰ ਰੋਜ਼ਾਨਾ ਜੀਵਨ ਦੇ ਵਿੱਚ ਲੋੜੀਂਦੀਆਂ ਗਤੀਵਿਧੀਆਂ ਦੇ ਪ੍ਰਦਰਸ਼ਨ ਦੁਆਰਾ ਮੁੜ ਵਸੇਬੇ ਨੂੰ ਉਤਸ਼ਾਹਿਤ ਕਰਦੇ ਨੇ। ਸਾਡੀ ਸਿਹਤ ਸੰਭਾਲ ਪ੍ਰਣਾਲੀ ਦੇ ਵਿੱਚ ਮਿਡਵਾਈਜ਼ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਨੇ, ਜਿਸ ਦੇ ਵਿੱਚ ਗਰਭ ਅਵਸਥਾ, ਲੇਬਰ, ਜਨਮ ਤੇ ਜਨਮ ਤੋਂ ਬਾਅਦ ਦੇ ਸਮੇਂ ਦੌਰਾਨ ਔਰਤਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਮੁੱਢਲੀ ਦੇਖਭਾਲ ਪ੍ਰਦਾਨ ਕਰਨਾ ਸ਼ਾਮਿਲ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਰਿਹਾ। ਅਲਬਰਟਾ ਦੇ ਵਿੱਚ ਨਸਲੀ ਗੱਲਾਂ ਬਾਤਾਂ ਤੇ ਬੜੇ ਸਾਲਾਂ ਤੋਂ ਹੁੰਦੀਆਂ ਆ ਰਹੀਆਂ ਔਰ ਰੈੱਡ ਨੈਕ ਦੇ ਨਾਲ ਜਾਣੇ ਜਾਂਦੇ ਇਸ ਸੂਬੇ ਦੇ ਵਿੱਚ ਲੋਕਾਂ ਨੂੰ ਹੁਣ ਇੰਜ ਮਹਿਸੂਸ ਹੁੰਦਾ ਸੀ ਕਿ ਉਹ ਜਿਹੜੀਆਂ ਗੱਲਾਂ ਬਾਤਾਂ ਨੇ ਸ਼ਾਇਦ ਖਤਮ ਹੋ ਗਈਆਂ। ਪਰ ਅੱਜ ਸ਼ਨੀਚਰਵਾਰ ਵਾਲੇ ਦਿਨ ਇੱਕ ਰੋਡੀਓ ਹੋਇਆ ਜੀ। ਸੰਡਰੀ ਟਾਊਨ ਹੈ ਸਦਰਨ ਅਲਬਰਟਾ 'ਚ, ਜਿਹੜਾ ਕੈਲਗਰੀ ਤੋਂ ਕੋਈ 80 ਕਿਲੋਮੀਟਰ ਨਾਰਥ ਵੈਸਟ ਵਾਲੇ ਪਾਸੇ ਨੂੰ ਪੈਂਦਾ। ਉੱਥੇ ਰੋਡੀਓ ਦੀ ਪਰੇਡ ਸੀਗੀ ਜੀ ਔਰ ਉਸ ਪਰੇਡ ਦੇ ਵਿੱਚ ਇੱਕ ਜਿਹੜਾ ਫਲੋਟ ਕੱਢਿਆ ਗਿਆ ਉਹਨੂੰ ਲੈ ਕੇ ਬਹੁਤ ਗੱਲਾਂ ਬਾਤਾਂ ਜਿਹੜੀਆਂ ਹੋ ਰਹੀਆਂ ਸੀ, ਕਿਉਂਕਿ ਅੱਜ ਕੱਲ੍ਹ ਕਿਸੇ ਨਾ ਕਿਸੇ ਵਿਅਕਤੀ ਕੋਲ ਕੈਮਰਾ, ਫੋਨ 'ਤੇ ਕੈਮਰਾ, ਉਹ ਝੱਟ ਫੋਟੋ ਖਿੱਚ ਕੇ ਅਤੇ ਤਸਵੀਰਾਂ ਪਾ ਦਿੱਤੀਆਂ ਜਾਂਦੀਆਂ। ਹੋਇਆ ਇਸ ਤਰ੍ਹਾਂ ਕਿ ਉਹ ਫਲੋਟ ਜਿਹੜਾ ਬਣਾਇਆ ਗਿਆ ਜੀ, ਇੱਕ ਟਰੈਕਟਰ ਦਿਖਾਇਆ ਗਿਆ। ਟਰੈਕਟਰ ਦੇ ਪਿੱਛੇ ਜਿਵੇਂ ਗੋਹਾ ਜਿਹੜਾ ਉਹਨੂੰ ਛਿੜਕਾਉਣ ਵਾਲੀ ਇੱਕ ਜਿਹੜੀ ਬੱਗੀ ਜਿਹੀ ਹੈ ਪਿੱਛੇ, ਤਾਂ ਉਸ ਬੱਗੀ ਦੇ ਵਿੱਚ ਇੱਕ ਵਿਅਕਤੀ ਬਿਠਾਇਆ ਹੋਇਆ ਜਿਹਦੇ ਨਕਲੀ ਦਾੜੀ ਲਾਈ ਹੋਈ ਹੈ ਅਤੇ ਸਿਰ 'ਤੇ ਪੱਗ ਜਿਹੜੀ ਆ ਉਹ ਬੰਨੀ ਹੋਈ ਆ। ਔਰ ਜਿਹੜਾ ਉਹ ਟਰੈਕਟਰ ਨੂੰ ਚਲਾ ਰਿਹਾ ਬੰਦਾ, ਉਹ ਦੱਸਿਆ ਜਾ ਰਿਹਾ ਜੀ ਵੀ ਉਹਨੂੰ ਜਸਟਨ ਟਰੂਡੋ ਕਹਿ ਰਹੇ ਨੇ। ਔਰ ਜਿਹੜੀ ਉਹ ਬੱਗੀ ਆ ਪਿੱਛੇ ਲਾਈ ਹੋਈ, ਉਹਦੇ 'ਤੇ ਮੋਟੇ ਅੱਖਰਾਂ 'ਚ ਲਿਖਿਆ ਦਾ ਲਿਬਰਲ। ਹੁਣ ਬਹੁਤ ਸਾਰੇ ਲੋਕਾਂ ਨੇ ਜਿਹੜਾ ਜੀ ਜਦੋਂ ਫਲੋਟ ਵੇਖਿਆ, ਇੱਕ ਜੋੜਾ ਉੱਥੇ ਕੋਈ ਗਿਆ ਹੋਇਆ ਸੀ, ਉਹ ਕਹਿੰਦੇ ਮਤਲਬ ਉਹ ਔਰਤ ਨੇ ਕਿਹਾ ਆਪਣੇ ਘਰ ਵਾਲੇ ਨੂੰ ਵੀ ਉਹ ਦੇਖ ਉਹ ਕੀ ਆ, ਅਤੇ ਉਹਨੇ ਝੱਟ ਕੈਮਰਾ ਕੱਢ ਕੇ ਉਹਦੀਆਂ ਫੋਟੋਆਂ ਖਿੱਚੀਆਂ
ਔਰ ਉਹ ਕਹਿੰਦਾ ਵੀ ਇਹ ਤਾਂ ਬੜਾ ਹੀ ਭੈੜੀ ਟੇਸਟ ਦੇ ਵਿੱਚ ਗੱਲਬਾਤ ਜਿਹੜੀ ਕੀਤੀ ਗਈ ਹੈ। ਹੈਰਾਨੀ ਇਸ ਗੱਲ ਦੀ ਹੋਈ ਵੀ ਜਿਹੜੇ ਉੱਥੇ ਲੋਕ ਇਕੱਠੇ ਹੋਏ ਸੀਗੇ ਆਲੇ ਦੁਆਲੇ, ਉਹ ਉਹਦੇ ਤੇ ਤਾੜੀਆਂ ਵਜਾ ਰਹੇ ਸੀਗੇ। ਹੁਣ ਜਿਉਂ ਹੀ ਇਹ ਗੱਲਬਾਤ ਬਾਹਰ ਆਈ ਤੇ ਜੀ ਇਹਨੂੰ ਭੰਡਿਆ ਗਿਆ ਹਰ ਪਾਸਿਓਂ ਕਿ ਇਹ ਇੱਕ ਕਿਸਮ ਦਾ ਨਸਲੀ ਵਿਤਕਰੇ ਵਾਲੀ ਗੱਲਬਾਤ ਕੀਤੀ ਗਈ ਆ। ਪਰ ਜਿਹੜੇ ਉੱਥੋਂ ਦੇ ਆਰਗੇਨਾਈਜ਼ਰ ਆ ਉਹ ਕਹਿੰਦੇ ਜੀ ਵੀ ਦੇਖੋ ਇਹ ਸਾਨੂੰ ਇਸ ਗੱਲ ਦਾ ਪਤਾ ਨਹੀਂ ਲੱਗਾ, ਪਰ ਉਹਨਾਂ ਨੇ ਇਸ ਗੱਲ ਦੀ ਮਾਫੀ ਮੰਗੀ ਆ ਵੀ ਇਹ ਫਲੋਟ ਆਉਣਾ ਹੀ ਨਹੀਂ ਸੀ ਚਾਹੀਦਾ। ਉਹ ਕਹਿੰਦੇ ਜੇ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ ਤੇ ਇਹ ਫਲੋਟ ਕਦੇ ਵੀ ਨਹੀਂ ਸੀ ਆ ਸਕਦਾ। ਇਹ ਫਲੋਟ ਐਜ਼ ਏ ਟਰੈਕਟਰ ਦੇ ਤੌਰ ਤੇ ਰਜਿਸਟਰ ਕਰਾਇਆ ਗਿਆ ਸੀ, ਪਰ ਉਹਦੇ ਨਾਲ ਇਹ ਜਿਹੜੀਆਂ ਚੀਜ਼ਾਂ ਉਹਨਾਂ ਨੇ ਮਗਰ ਲਾਈਆਂ, ਉਹਨਾਂ ਨੇ ਵੀ ਇਹ ਗੱਲ ਮਹਿਸੂਸ ਕੀਤੀ ਵੀ ਇਹ ਬਹੁਤ ਮਾੜੀ ਗੱਲ ਆ। ਉਹ ਗਾਹ ਨੂੰ ਉਹ ਕਹਿੰਦੇ ਵੀ ਨਹੀਂ ਹੋਏਗੀ। ਜਾਰਜ ਚਾਲ ਜਿਹੜੇ MP ਨੇ ਕੈਲਗਰੀ ਤੋਂ, ਉਹਨਾਂ ਨੇ ਵੀ, ਔਰ ਮਿਸਟਰ ਹਲਨ ਜਿਹੜੇ ਉਹ MP ਨੇ ਕੰਜ਼ਰਵੇਟਿਵ ਪਾਰਟੀ ਤੋਂ, ਉਹਨਾਂ ਨੇ ਵੀ ਇਸ ਘਟਨਾ ਨੂੰ ਆਪਣੇ ਮਤਲਬ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਿਆ ਕੀਤੀ ਆ। ਔਰ ਉਹ ਕਹਿੰਦੇ ਵੀ ਅਗਾਂਹ ਨੂੰ ਇੱਦਾਂ ਦੀ ਕੋਈ ਵੀ ਘਟਨਾ ਇਸ ਸੂਬੇ 'ਚ ਨਹੀਂ ਹੋਣੀ ਚਾਹੀਦੀ, ਨਾ ਹੀ ਇੱਦਾਂ ਦੀ ਕਿਸੇ ਗੱਲਬਾਤ ਲਈ ਇੱਥੇ ਕੋਈ ਥਾਂ ਹੈ। ਅਤੇ ਦਸ਼ਮੇਸ਼ ਕਲਚਰ ਸੁਸਾਇਟੀ ਦੇ ਜਿਹੜੇ ਕਮੇਟੀ ਆ, ਉਹਨਾਂ ਨੇ ਕਿਹਾ ਵੀ ਭਾਈ ਅਸੀਂ ਸੱਦਾ ਦਿੰਦੇ ਹਾਂ ਇਹ ਸੰਡਰੀ ਦੇ ਲੋਕਾਂ ਨੂੰ ਜਿਹੜੇ ਕਰਦੇ ਆ ਆਰਗੇਨਾਈਜ਼, ਵੀ ਉਹ ਆ ਕੇ ਸਾਨੂੰ ਮਿਲਣ ਔਰ ਸਿੱਖਾਂ ਬਾਰੇ ਜਾਣਨ। ਜਦੋਂ ਕਿ ਜਾਰਜ ਚਾਲ ਦਾ ਇਹ ਕਹਿਣਾ ਵੀ ਦੇਖੋ ਅਸੀਂ ਬੜੇ ਮਤਲਬ ਅਲਬਰਟਾ ਦੇ ਵਿੱਚ ਬੜੀ ਦੇਰ ਤੋਂ ਲੋਕ ਸਿੱਖ ਜਿਹੜੇ ਇੱਥੇ ਰਹਿ ਰਹੇ ਔਰ ਉਹ ਇਸ ਸੂਬੇ ਦਾ ਪਾਰਸਲ ਨੇ, ਇੱਦਾਂ ਦੀ ਗੱਲਬਾਤ ਲਈ ਕੋਈ ਵੀ ਜਗ੍ਹਾ ਨਹੀਂ ਹੈ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮੰਟਨ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।